भाग पहला पंजाबी ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਨਿਰਧਾਰਤ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਇਸ ਵਿੱਚ ਸ਼ਾਮਲ ਕੀਤੇ ਗਏ ਕਵੀ ਹਰਭਜਨ ਹਲਵਾਰਵੀ ਦਾ ਜੀਵਨ ਵੇਰਵਾ ਅਤੇ ਉਸ ਦੀ ਪੰਜਾਬੀ ਕਵਿਤਾ ਨੂੰ ਦੇਣ ਬਾਰੇ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਚਰਚਾ ਕਰਾਂਗੇ। ਉਹਨਾਂ ਦੀਆਂ ਜਿਹੜੀਆਂ ਦੋ ਕਵਿਤਾਵਾਂ ਤੁਹਾਡੇ ਪਾਠਕ੍ਰਮ ਵਿੱਚ ਪੇਸ਼ ਕੀਤੀਆਂ ਗਈਆਂ, ਸ਼ਾਮਲ ਕੀਤੀਆਂ ਗਈਆਂ, ਪਹਿਲੀ ਕਵਿਤਾ ਰੋਹ ਦੇ ਸੁਨੇਹੇ ਅਤੇ ਦੂਸਰੀ ਕਵਿਤਾ ਕਦੇ ਇਹ ਜਿੰਦੜੀ। ਇਹ ਦੋ ਕਵਿਤਾਵਾਂ ਦੇ ਆਪਾਂ ਸਰਲ ਅਰਥ ਵੀ ਕਰਾਂਗੇ, ਇਹਦੇ ਵਿਸ਼ੇ ਵਸਤੂ ਬਾਰੇ ਗੱਲ ਕਰਾਂਗੇ ਅਤੇ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਗੱਲ ਵੀ ਆਪਾਂ ਕਰਾਂਗੇ, ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਹੈ ਅਤੇ ਹਰਭਜਨ ਹਲਵਾਰਵੀ ਬਾਰੇ ਕਿਸ ਤਰ੍ਹਾਂ ਦੇ ਪ੍ਰਸ਼ਨ ਬਣਦੇ ਹੈ, ਉਹਨਾਂ ਬਾਰੇ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਗੱਲ ਕਰਾਂਗੇ। ਪਹਿਲਾਂ ਆਪਾਂ ਹਰਭਜਨ ਹਲਵਾਰਵੀ ਦੇ ਜੀਵਨ ਵੇਰਵੇ ਦੀ ਗੱਲ ਕਰ ਲਈਏ। ਹਰਭਜਨ ਹਲਵਾਰਵੀ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇੱਕ ਜੁਝਾਰਵਾਦੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਹਦਾ ਪ੍ਰਮੁੱਖ ਸਥਾਨ ਹੈ ਜੁਝਾਰਵਾਦੀ ਪੰਜਾਬੀ ਕਵਿਤਾ ਦੇ ਵਿੱਚ। ਪਹਿਲਾਂ ਵੀ ਤੁਹਾਨੂੰ ਪਿਛਲੇ ਲੈਕਚਰਾਂ 'ਚ ਗੱਲ ਦੱਸੀ ਸੀ, ਸੰਤ ਰਾਮਦਾਸੀ, ਹਰਭਜਨ ਹਲਵਾਰਵੀ ਜਾਂ ਅਵਤਾਰ ਪਾਸ਼, ਲਾਲ ਸਿੰਘ ਦਿਲ, ਇਹ ਪੰਜਾਬੀ ਦੇ ਜੁਝਾਰਵਾਦੀ ਕਵੀ ਹੋਇਆ। ਇੱਕ ਸੋਚ ਨੂੰ ਲੈ ਕੇ ਚੱਲਦੇ ਸੀ, ਇੱਕ ਇਹਨਾਂ ਦੀ ਵਿਚਾਰਧਾਰਾ ਸੀ। ਉਸ ਵਿਚਾਰਧਾਰਾ ਦੇ ਵਿੱਚ ਆਪਣੇ ਹੱਕ ਲੈਣ ਦੇ ਲਈ ਸਮਾਜ ਦੇ ਵਿੱਚ ਹਥਿਆਰਬੰਦ ਸੰਘਰਸ਼ ਨੂੰ ਇਹ ਲੋਕ, ਇਹ ਕਵੀ ਸਵੀਕਾਰ ਕਰਦੇ ਸੀ ਔਰ ਉਸ ਦੇ ਹੱਕ ਦੇ ਵਿੱਚ ਖੜ੍ਹਦੇ ਸੀ, ਡਟਦੇ ਸੀ। ਹਰਭਜਨ ਹਲਵਾਰਵੀ ਨੂੰ ਵੀ ਇੱਕ ਤਾਂ ਜੁਝਾਰਵਾਦੀ ਸਾਹਿਤ ਲਿਖਣ ਕਰਕੇ ਔਰ ਇੱਕ ਨਕਸਲ ਲਾਈਟ ਮੂਵਮੈਂਟ ਨਾਲ ਜੁੜਨ ਕਰਕੇ ਕੁਝ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ। ਅੱਜ ਆਪਾਂ ਹੁਣ ਹਰਭਜਨ ਦੀ ਜੀਵਨ ਵੇਰਵੇ ਦੀ ਗੱਲ ਕਰਦੇ ਹਾਂ। ਪਹਿਲਾਂ ਹਰਭਜਨ ਹਲਵਾਰਵੀ ਦਾ ਜਨਮ 1943 ਈਸਵੀ ਦੇ ਵਿੱਚ ਹੋਇਆ ਸੀ ਅਤੇ ਉਹਨਾਂ ਦੀ ਮੌਤ 2003 ਈਸਵੀ ਦੇ ਵਿੱਚ ਹੋਈ ਸੀ। 1943 ਤੋਂ ਲੈ ਕੇ 2003 ਦੇ ਵਿਚਕਾਰ ਉਹਨਾਂ ਦਾ ਜੀਵਨ ਫੈਲਿਆ ਹੋਇਆ। ਹਰਭਜਨ ਹਲਵਾਰਵੀ ਦਾ ਜਨਮ ਪਿੰਡ ਹਲਵਾਰਾ, ਜਿਹੜਾ ਹਰਵਾਰਾ ਪਿੰਡ ਹੈ ਨਾ, ਇਹ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੈ। ਹਰਭਜਨ ਹਲਵਾਰਵੀ ਦਾ ਜਿਹੜਾ ਪਿੰਡ ਹਰਵਾਰਾ, ਜ਼ਿਲ੍ਹਾ ਲੁਧਿਆਣਾ। ਇਹਨਾਂ ਦੇ ਫਾਦਰ ਦਾ ਨਾਂ, ਇਹਨਾਂ ਦੇ ਪਿਤਾ ਦਾ ਨਾਂ ਗਿਆਨੀ ਅਰਜਨ ਸਿੰਘ। 1943 ਈਸਵੀ ਦੇ ਵਿੱਚ ਉੱਥੇ ਇਹਨਾਂ ਦਾ ਜਨਮ ਹੋਇਆ ਸੀ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹਰਵਾਰੇ ਪਿੰਡ ਦੇ ਵਿੱਚ। ਉਹਨਾਂ ਦੇ ਘਰ ਦੇ ਵਿੱਚ ਧਾਰਮਿਕ ਮਾਹੌਲ ਹੋਣ ਕਰਕੇ ਉਹਦਾ ਹਲਵਾਰਵੀ ਦੇ ਮੁੱਢਲੇ ਜੀਵਨ ਉੱਪਰ ਬਹੁਤ ਪ੍ਰਭਾਵ ਪਿਆ। 10ਵੀਂ ਉਹਨਾਂ ਨੇ ਸਰਕਾਰੀ ਹਾਈ ਸਕੂਲ ਹਰਵਾਰਾ ਤੋਂ ਪਾਸ ਕੀਤੀ। ਆਪਣੇ ਅਧਿਆਪਕਾਂ ਤੋਂ ਪ੍ਰੇਰਨਾ ਲੈ ਕੇ ਉਸਨੇ ਕਵਿਤਾ ਲਿਖਣੀ ਸ਼ੁਰੂ ਕਰਤੀ। ਉਸਨੇ ਆਪਣਾ ਪਹਿਲਾ ਤਖੱਲਸ ਹਰਭਜਨ ਸਿੰਘ ਸੇਵਕ ਰੱਖਿਆ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹਨਾਂ ਨੇ 1961 ਈਸਵੀ ਵਿੱਚ FSC ਕੀਤੀ। ਆਰੀਆ ਕਾਲਜ ਲੁਧਿਆਣਾ ਤੋਂ 1963 ਈਸਵੀ ਦੇ ਵਿੱਚ ਉਹਨਾਂ ਨੇ BSc ਕਰ ਲਈ। 1963 ਤੋਂ ਲੈ ਕੇ 65 ਈਸਵੀ ਤੱਕ 2 ਸਾਲ ਉਹ ਖਾਲਸਾ ਹਾਇਰ ਸੈਕੰਡਰੀ ਸਕੂਲ ਮਹਿਮਾ ਸਿੰਘ ਵਾਲਾ ਲੁਧਿਆਣਾ ਵਿਖੇ ਅਧਿਆਪਕ ਦੀ ਨੌਕਰੀ ਦੇ ਉੱਪਰ ਰਹੇ। ਲੁਧਿਆਣੇ ਵਿੱਚ ਹੀ ਉਹਨਾਂ ਦਾ ਝੁਕਾਅ ਮਾਰਕਸਵਾਦੀ ਵਿਚਾਰਧਾਰਾ ਵੱਲ ਹੋ ਗਿਆ, ਜਿਸ ਨਾਲ ਚੀਜ਼ਾਂ ਨੂੰ ਸਮਝਣਾ, ਪਰਖਣ ਦੀ ਇੱਕ ਤਾਰਕਿਕ ਦ੍ਰਿਸ਼ਟੀ ਉਹਨਾਂ ਦੇ ਵਿੱਚ ਆ ਗਈ। ਤਾਰਕਿਕ ਦ੍ਰਿਸ਼ਟੀ ਹੁੰਦੀ ਹੈਗੀ ਆ ਤਰਕ ਦੇ ਨਾਲ ਕਿਸੇ ਚੀਜ਼ ਨੂੰ ਸਮਝਣਾ, ਸੋਚ ਵਿਗਿਆਨਕ ਰੱਖਣਾ ਔਰ ਕਿਸੇ ਵੀ ਚੀਜ਼ ਦੇ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰਨਾ, ਸਗੋਂ ਉਸ ਨੂੰ ਗਹਿਰਾਈ ਤੱਕ ਸਮਝ ਕੇ ਫਿਰ ਉਹਦੀ ਚਰਚਾ ਕਰਕੇ ਫਿਰ ਉਹਦੇ 'ਤੇ ਵਿਸ਼ਵਾਸ ਕਰਨਾ। ਸਾਰੀ ਉਮਰ ਉਹ ਇਸ ਵਿਚਾਰਧਾਰਾ ਨਾਲ ਹੀ ਜੁੜੇ ਰਹੇ। ਉਸਦੀਆਂ ਕਵਿਤਾਵਾਂ ਉੱਪਰ ਵੀ ਇਸ ਵਿਚਾਰਧਾਰਾ ਦਾ ਅਸਰ ਸਾਫ਼ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਸੀ ਉਸ ਵੇਲੇ ਦੇ ਮਸ਼ਹੂਰ ਮੈਗਜ਼ੀਨ ਪ੍ਰੀਤਲੜੀ ਪੰਜ ਦਰਿਆ ਵਿੱਚ ਵੀ ਛਪਣ ਲੱਗ ਪਈਆਂ। MSc ਕਰਦਿਆਂ 1966 ਤੋਂ 68 ਈਸਵੀ 'ਚ ਉਹਨਾਂ ਦਾ ਝੁਕਾਅ ਉਸ ਵੇਲੇ ਪੰਜਾਬ ਵਿੱਚ ਚੱਲ ਰਹੀ ਨਕਸਲਵਾੜੀ ਵਿਚਾਰਧਾਰਾ ਵੱਲ ਹੋ ਗਿਆ। ਉਹ ਇਸ ਲਹਿਰ ਦਾ ਸਰਗਰਮ ਮੈਂਬਰ ਬਣ ਗਿਆ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਜਾਣਾ ਪਿਆ। ਜੇਲ੍ਹ ਦੇ ਵਿੱਚ ਉਹ
ਕੁਝ ਸਮਾਂ ਰਹੇ ਸੀਗੇ। ਬੇਸ਼ੱਕ ਬਾਅਦ ਵਿੱਚ ਉਹ ਇਸ ਲਹਿਰ ਤੋਂ ਦੂਰੀ ਤੇ ਰਹੇ, ਪਰ ਉਸ ਦਾ ਕਾਵ ਸਿਰਜਣ ਉੱਪਰ ਇਸ ਦਾ ਲੰਬਾ ਸਮਾਂ ਪ੍ਰਭਾਵ ਦੇਖਣ ਨੂੰ ਮਿਲਦਾ ਹੈ। 1977 ਈਸਵੀ ਵਿੱਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ MA ਪੰਜਾਬੀ ਕੀਤੀ ਤੇ ਭਾਸ਼ਾ ਵਿਭਾਗ ਪੰਜਾਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਆਦਿ ਥਾਵਾਂ ਤੇ ਵੱਖ-ਵੱਖ ਥਾਵਾਂ ਦੇ ਉੱਪਰ ਨੌਕਰੀ ਕਰਦੇ ਰਹੇ। ਉਹ ਅਖੀਰ 'ਚ 1978 ਈਸਵੀ ਦੇ ਵਿੱਚ ਉਹ ਪੰਜਾਬੀ ਟ੍ਰਿਬਿਊਨ ਵਿੱਚ ਸਹਾਇਕ ਸੰਪਾਦਕ ਨਿਯੁਕਤ ਹੋ ਗਏ। ਪੰਜਾਬੀ ਟ੍ਰਿਬਿਊਨ ਅਖਬਾਰ ਜੋ ਚੰਡੀਗੜ੍ਹ ਤੋਂ ਛਪਦਾ, ਉਹਦੇ ਵਿੱਚ ਸਹਾਇਕ ਸੰਪਾਦਕ ਦੇ ਰੂਪ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਇੱਥੋਂ ਹੀ ਸੰਪਾਦਕ ਦੇ ਰੂਪ ਦੇ ਵਿੱਚ ਰਿਟਾਇਰ ਹੋ ਗਏ। 22 ਅਕਤੂਬਰ 2003 ਈਸਵੀ ਨੂੰ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਜਿਹੜੇ ਕਾਵਿ ਸੰਗ੍ਰਹਿ ਸੀਗੇ ਉਹ ਇਸ ਤਰ੍ਹਾਂ ਨੇ। ਉਹਨਾਂ ਦਾ ਵੇਰਵਾ ਪੌਣ ਉਦਾਸ ਹੈ 1981 ਈਸਵੀ ਦੇ ਵਿੱਚ ਪਹਿਲਾ ਕਾਵਿ ਸੰਗ੍ਰਹਿ ਛਪਿਆ ਸੀ, ਪੌਣ ਉਦਾਸ ਹੈ। ਦੂਸਰਾ ਕਾਵਿ ਸੰਗ੍ਰਹਿ ਪਿਘਲੇ ਹੋਏ ਪਲ 1985 ਈਸਵੀ ਦੇ ਵਿੱਚ, ਪੰਖ ਵਿਹੂਣਾ 1991 ਈਸਵੀ, ਪੁਲਾਂ ਤੋਂ ਪਾਰ 2000 ਈਸਵੀ ਅਤੇ ਪਹਿਲੇ ਪੰਨੇ 2004 ਈਸਵੀ ਦੇ ਵਿੱਚ। ਇਹ ਉਹਨਾਂ ਦੇ 5 ਕਾਵਿ ਸੰਗ੍ਰਹਿ ਮਿਲਦੇ ਆ ਸਾਡੇ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਕਵਿਤਾ ਦੇ ਵਿੱਚ। ਸੰਤ ਸਿੰਘ ਸੇਖੋਂ ਇੱਕ ਪੰਜਾਬੀ ਦਾ ਬਹੁਤ ਵੱਡਾ ਆਲੋਚਕ ਹੋਇਆ। ਉਹਨਾਂ ਨੇ ਸਾਹਿਤ ਸਮੀਖਿਆ ਕੀਤੀ ਹੈ। ਉਹ ਹਲਵਾਰਵੀ ਬਾਰੇ ਇੱਕ ਥਾਂ ਲਿਖਦੇ ਨੇ ਕਿ ਉਸ ਵਿੱਚ ਅਸਧਾਰਨ ਕੋਮਲਤਾ, ਸੰਵੇਦਨਸ਼ੀਲਤਾ ਤੇ ਪ੍ਰਤਿਭਾ ਹੈ। ਇਹ ਧਾਰਨਾ ਉਸ ਦੀਆਂ ਨਜ਼ਮਾਂ, ਗਜ਼ਲਾਂ ਤੇ ਗੀਤ ਪੜ੍ਹ ਕੇ ਸਾਬਤ ਹੋ ਜਾਂਦੀ ਹੈ। ਇਸ ਪੁਸਤਕ ਵਿੱਚ ਸ਼ਾਮਲ ਰਚਨਾਵਾਂ ਵਿੱਚੋਂ ਪਹਿਲੀ ਰੋਹ ਦੇ ਸੁਨੇਹੇ ਵਿੱਚ ਉਸਨੇ ਆਪਣੀ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈ। ਇਹ ਜਿਹੜੀ ਪਹਿਲੀ ਕਵਿਤਾ ਹੈ, ਇਸ ਕਵਿਤਾ ਦੇ ਵਿੱਚ ਕਵੀ ਨੇ ਕੀ ਕੀਤਾ ਹੈ ਕਿ ਆਪਣੇ ਹੱਕ ਮੰਗਣ ਦੀ ਬਜਾਏ, ਉਹ ਕਹਿੰਦੇ ਨਾ ਵੀ ਜਿਹੜੇ ਹੱਕ ਹੈਗੇ ਇਹ ਮੰਗ ਕੇ ਨਹੀਂ ਮਿਲਦੇ, ਇਸ ਨਿਜ਼ਾਮ ਨਾਲ ਸਿੱਧੀ ਟੱਕਰ ਨੂੰ ਪੇਸ਼ ਕੀਤਾ ਇਸ ਕਵਿਤਾ ਦੇ ਵਿੱਚ। ਅਤੇ ਜੇਕਰ ਹੱਕ ਲੈਣੇ ਤਾਂ ਲੜਨਾ ਵੀ ਪਊਗਾ, ਮਰਨਾ ਵੀ ਪਊਗਾ। ਇਸ ਚੀਜ਼ ਦੇ ਉੱਪਰ ਜ਼ੋਰ ਰਹੇ ਹੈ। ਆਪਣੇ ਹੱਕਾਂ ਨੂੰ ਮੰਗਣ ਨਾਲੋਂ ਖੋਹਣ ਉੱਤੇ ਉਹ ਜ਼ੋਰ ਦਿੰਦਾ ਹੈ। ਇਸ ਦੇ ਨਾਲ ਹੀ ਇਸ ਨਜ਼ਮ ਵਿੱਚ ਉਹ ਆਖਰ ਵਿੱਚ ਸੰਘਰਸ਼ ਦੀ ਜਿੱਤ ਲਈ ਆਸਮਾਈ ਵੀ ਦਿਖਾਈ ਦਿੰਦਾ ਹੈ। ਦੂਜੀ ਰਚਨਾ ਕਦੇ ਇਹ ਜ਼ਿੰਦੜੀ ਇੱਕ ਗਜ਼ਲ ਹੈ। ਇਸ ਵਿੱਚ ਉਸਨੇ ਮਨੁੱਖੀ ਜ਼ਿੰਦਗੀ ਦੀ ਭਟਕਣ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੇ ਵੱਖ-ਵੱਖ ਰੰਗਾਂ ਦਾ ਜ਼ਿਕਰ ਕੀਤਾ। ਇਹ ਵੱਖ-ਵੱਖ ਰੰਗ ਉਹਨਾਂ ਦਾ ਜ਼ਿਕਰ ਕਰਦਾ ਇਸ ਕਵਿਤਾ ਦੇ ਵਿੱਚ। ਜਿਹੜੀ ਮਨੁੱਖੀ ਜ਼ਿੰਦਗੀ ਹੈ ਉਹਦੇ ਕਈ ਰੰਗ ਹੁੰਦੇ ਆ, ਉਹਨਾਂ ਦਾ ਵਿਆਖਿਆ ਕਰਦਾ, ਉਹਨਾਂ ਦੀ ਪੇਸ਼ਕਾਰ ਕਰਦਾ, ਜਿਸ ਵਿੱਚ ਇਕੱਲਤਾ ਦਾ ਰੰਗ ਵੀ ਹੈ, ਆਸਾਂ ਪੂਰੀਆਂ ਨਾ ਹੋਣ ਦੇ ਸੁਪਨੇ ਤੇ ਸੁਪਨੇ ਟੁੱਟਣ ਦੀ ਚੀਸ ਵੀ ਹੈ, ਧਰਤੀ ਦੇ ਕਾਫੀ ਤੰਗ ਹੋਣ, ਬਹਾਰ ਦੇ ਆਉਣ ਦੀ ਆਸ ਵੀ ਹੈ। ਪਰ ਸਭ ਤੋਂ ਖੂਬਸੂਰਤ ਇਹ ਸ਼ੇਅਰ ਹੈ ਜਿਸ ਕਰਕੇ ਹਲਵਾਰਵੀ ਨੂੰ ਹਮੇਸ਼ਾ ਚੇਤੇ ਕੀਤਾ ਜਾਏਗਾ। ਇਸੇ ਗਜ਼ਲ ਦੇ ਵਿੱਚ ਹੀ ਹੈ ਉਹ ਸ਼ੇਅਰ ਹੈਗਾ ਇਸ ਗਜ਼ਲ ਦਾ। ਤੇਰੀ ਤੇ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ, ਬਸ ਐਵੇਂ ਹੀ ਪਿਘਲ ਗਿਆ ਸਾਂ ਮੈਂ ਸਾਰੇ ਦਾ ਸਾਰਾ। ਇਹ ਉਹਦੀ ਜਿਹੜੀ ਗਜ਼ਲ ਹੈ, ਉਹਦਾ ਇੱਕ ਸ਼ੇਅਰ ਹੈ ਜਿਹੜਾ ਸੰਪਾਦਕ ਦੱਸਦੇ ਆ, ਔਰ ਇਸ ਸ਼ੇਅਰ ਕਰਕੇ ਉਹਨੂੰ ਯਾਦ ਕੀਤਾ ਜਾਂਦਾ ਹੈ। ਆਪਾਂ ਪਹਿਲਾਂ ਪਹਿਲੀ ਕਵਿਤਾ ਦੀ ਗੱਲ ਕਰ ਲਈਏ। ਜਿਹੜੀ ਪਹਿਲੀ ਕਵਿਤਾ ਹੈਗੀ ਰੋਹ ਦੇ ਸੁਨੇਹੇ। ਇਹਦੇ ਵਿੱਚ ਹਲਵਾਰਵੀ ਕੀ ਕਹਿਣਾ ਚਾਹੁੰਦਾ? ਫਿਰ ਦਮਾਮਾ ਜੁੱਧ ਦਾ ਵੱਜਿਆ, ਗੱਜੀਏ ਰਣ ਵਿੱਚ ਖੜ ਕੇ, ਹੱਕ ਤੇ ਇਨਸਾਫ ਦੀ ਖਾਤਰ ਹੱਥ ਭਗੌਤੀ ਫੜ ਕੇ। ਕਹਿੰਦਾ ਵੀ ਇੱਕ ਵਾਰੀ ਫੇਰ ਜਿਹੜਾ ਯੁੱਧ ਦਾ ਦਮਾਮਾ ਵੱਜ ਗਿਆ। ਦਮਾਮਾ ਹੁੰਦਾ ਹੈਗਾ ਇੱਕ ਲੰਬਾ, ਕਹਿ ਸਕਦੇ ਹੋ ਤੁਸੀਂ, ਢੋਲ ਜਿਹਨੂੰ ਪਹਿਲਾਂ ਚਮੜੇ ਦਾ ਹੁੰਦਾ ਸੀਗਾ ਇਹ, ਔਰ ਜ਼ੋਰ ਦੀ ਖੜਕਾਇਆ ਜਾਂਦਾ ਸੀ ਜਦੋਂ ਯੁੱਧ ਲੜਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ। ਜਿਹੜਾ ਯੁੱਧ ਹੁੰਦਾ ਸੀ ਉਹਦੇ 'ਚ ਦਮਾਮਾ ਵਜਾਇਆ ਜਾਂਦਾ ਸੀ। ਤੇ ਅੱਜ ਦੇ ਸਮੇਂ ਦੇ ਵਿੱਚ ਕਹਿੰਦਾ ਆਪਣੇ ਹੱਕ ਲੈਣ ਦੀ ਖਾਤਰ ਇੱਕ ਯੁੱਧ ਲੜਨ ਜਾ ਰਹੇ ਹਾਂ ਅਸੀਂ, ਲੜਿਆ ਜਾ ਰਿਹਾ, ਇਹਦਾ ਦਮਾਮਾ ਵੱਜ ਗਿਆ। ਤੇ ਹੁਣ ਸਾਨੂੰ ਰਣ ਖੇਤਰ ਦੇ ਵਿੱਚ, ਲੜਾਈ ਦੇ ਮੈਦਾਨ ਦੇ ਵਿੱਚ, ਜੰਗ ਦੇ ਮੈਦਾਨ ਦੇ ਵਿੱਚ ਸਾਨੂੰ ਲੜਨ ਦੇ ਲਈ ਤਿਆਰ ਹੋ ਕੇ ਅੱਗੇ ਵਧਣਾ ਪਊਗਾ। ਹੱਕ ਤੇ ਇਨਸਾਫ ਦੀ ਖਾਤਰ ਹੱਥ ਭਗੌਤੀ ਫੜ ਕੇ, ਭਗੌਤੀ ਤਲਵਾਰ ਨੂੰ ਕਿਹਾ ਗਿਆ। ਕਹਿੰਦਾ ਵੀ ਸਾਨੂੰ ਆਪਣੇ ਹੱਕ ਪ੍ਰਾਪਤ ਕਰਨ ਦੀ ਖਾਤਰ ਤਲਵਾਰ ਫੜ ਕੇ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਪਊਗਾ ਤੇ ਉੱਥੇ ਜਾ ਕੇ ਗੱਜਣਾ ਪਊਗਾ। ਉੱਥੇ ਜਾ ਕੇ ਸਾਨੂੰ ਆਪਣੇ ਹੱਕਾਂ ਦੇ ਹੱਕ ਦੇ ਵਿੱਚ ਨਾਅਰੇ ਮਾਰਨੇ ਪੈਣਗੇ। ਸਾਨੂੰ ਆਪਣੇ ਹੱਕ ਲੈਣ ਦੇ ਲਈ ਮੌਜੂਦਾ ਸਰਕਾਰ ਹੈ, ਜਿਹੜੀ ਸਮੇਂ ਦੀ ਸਰਕਾਰ ਹੈ, ਜਿਹੜੀ ਸੱਤਾ ਪੱਖ ਹੈ, ਉਹਦੇ ਨਾਲ ਸਾਨੂੰ ਲੜਨਾ ਪਊਗਾ, ਦੋ ਹੱਥ ਕਰਨੇ ਪੈਣਗੇ। ਉਹ ਜੰਮਣ
ਉਹ ਜੰਮਣਾ ਵੀ ਕਾਹਦਾ ਜੰਮਣਾ, ਉਹ ਜੀਣਾ ਵੀ ਕੀ ਜੀਣਾ, ਜੇ ਨਾ ਖਾਵੇ ਲਹੂ ਉਬਾਲਾ, ਜੇ ਨਾ ਡੋਲੇ ਫਰਕੇ। ਕਹਿੰਦਾ ਵੀ ਉਹ ਇਸ ਧਰਤੀ ਦੇ ਉੱਪਰ ਜਨਮ ਲੈਣ ਦਾ ਕੀ ਫਾਇਦਾ ਹੈ, ਇਸ ਧਰਤੀ ਦੇ ਉੱਪਰ ਜੰਮਣ ਦਾ ਕੀ ਫਾਇਦਾ ਹੈ, ਜੇਕਰ ਅਸੀਂ ਇੱਥੇ ਆਉਣਾ ਤੇ ਟਾਈਮ ਪਾਸ ਕਰਕੇ ਨਿਕਲ ਜਾਣਾ ਹੈ। ਇਸ ਤਰ੍ਹਾਂ ਦੇ ਜੰਮਣ ਦਾ ਕੋਈ ਫਾਇਦਾ ਨਹੀਂ, ਇਸ ਤਰ੍ਹਾਂ ਦੇ ਜੀਣ ਦਾ ਕੋਈ ਫਾਇਦਾ ਨਹੀਂ। ਜੇਕਰ ਸਾਡੇ ਲਹੂ ਨੇ ਉਬਾਲਾ ਹੀ ਨਾ ਖਾਧਾ, ਕੋਈ ਤੁਹਾਡੇ ਸਾਹਮਣੇ ਕੋਈ ਗਲਤ ਚੀਜ਼ ਹੋ ਰਹੀ ਹੈ, ਉਸ ਗਲਤ ਨੂੰ ਗਲਤ ਕਹਿਣ ਦਾ ਤੁਸੀਂ ਮਾਦਾ ਨਹੀਂ ਰੱਖਦੇ, ਤੁਸੀਂ ਹਿੰਮਤ ਨਹੀਂ ਕਰਦੇ, ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਤੁਹਾਡੀ ਲਾਹਨਤ ਹੈ। ਇਹ ਗੱਲ ਕਵੀ ਕਹਿ ਰਿਹਾ। ਜੇਕਰ ਜੇ ਤੁਹਾਡੇ ਹੱਕ ਖੋਏ ਜਾ ਰਹੇ ਨੇ ਤੇ ਤੁਹਾਡੇ ਡੋਲੇ ਨਹੀਂ ਫਰਕ ਰਹੇ, ਕਵੀ ਕਹਿੰਦਾ ਤੁਹਾਡੇ ਜਿਉਣਾ ਲਾਹਨਤ ਹੈ ਇਸ ਦੁਨੀਆ ਦੇ ਉੱਪਰ। ਤੁਹਾਡਾ ਜੰਮਣਾ ਤੇ ਜਾਂ ਨਾ ਜੰਮਣਾ ਇੱਕ ਬਰਾਬਰ ਹੈ, ਤੁਹਾਡਾ ਜੀਣਾ ਜਾਂ ਨਾ ਜੀਣਾ ਇੱਕ ਬਰਾਬਰ ਹੈ। ਇਸ ਕਰਕੇ ਜੇ ਇਸ ਸਮਾਜ ਦੇ ਵਿੱਚ ਅਨਿਆਂ ਹੋ ਰਿਹਾ ਹੈ, ਇਸ ਸਮਾਜ ਦੇ ਵਿੱਚ ਧੱਕਾ ਹੋ ਰਿਹਾ ਹੈ, ਲੋਕਾਂ ਦੇ ਹੱਕ ਖੋਏ ਜਾ ਰਿਹਾ, ਤਾਂ ਤੁਹਾਡਾ ਲਹੂ ਵੀ ਉਬਾਲੇ ਖਾਣਾ ਚਾਹੀਦਾ ਹੈ ਤੇ ਤੁਹਾਡੇ ਡੋਲੇ ਵੀ ਫਰਕਣੇ ਚਾਹੀਦੇ ਆ। ਤੁਸੀਂ ਲੜਾਈ ਦੇ ਮੈਦਾਨ ਦੇ ਵਿੱਚ ਗੱਜ ਕੇ ਅੱਗੇ ਵਧੋ, ਇਹੀ ਗੱਲ ਕਵੀ ਕਰ ਰਿਹਾ ਹੈ। ਕਿਉਂ ਦਰਦ ਤੇ ਅਲਖ ਜਗਾਈਏ, ਅਸੀਂ ਨਾ ਕੋਈ ਭਿਖਾਰੀ, ਖੋਹ ਲੈਣੇ ਨੇ ਕਣਕਾਂ ਦੇ ਛਿੱਟੇ, ਨਾਲ ਬੈਰੀਆਂ ਲੜਕੇ। ਕਹਿੰਦੇ ਜਿਹੜੇ ਕਣਕਾਂ ਦੇ ਸਿੱਟੇ ਹੈਗੇ ਅਸੀਂ ਉਹ ਬੈਰੀਆਂ ਦੇ ਨਾਲ ਸੰਘਰਸ਼ ਕਰਕੇ ਖੋਹਣੇ ਆ, ਉਹ ਸਿੱਟੇ ਜਿਹੜੇ ਹੈਗੇ ਅਸੀਂ ਸੰਘਰਸ਼ ਦੇ ਨਾਲ ਲੜ ਕੇ ਖੋਹਣੇ ਆ। ਕਹਿੰਦਾ ਅਸੀਂ ਕੋਈ ਇਹੋ ਜਿਹੀ ਕੌਮ ਨਹੀਂ ਜਿਹੜੀ ਕਿਸੇ ਦੇ ਦਰ ਦੇ ਅੱਗੇ ਭੀਖ ਮੰਗੀਏ, ਅਲਖ ਜਗਾਈਏ। ਅਲਖ ਅਸਲ ਦੇ ਵਿੱਚ ਜੋਗੀ ਲੋਕ ਜਗਾਉਂਦੇ ਆ, ਅਲਖ ਨਿਰੰਜਨ ਕਹਿੰਦੇ ਆ ਉਹ। ਜਦੋਂ ਕੋਈ ਚੀਜ਼ ਕਿਸੇ ਦੇ ਘਰੋਂ ਮੰਗਣ ਜਾਣੀ ਹੁੰਦੀ ਹੈ, ਰੋਟੀ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਭਿੱਖਿਆ ਮੰਗਣੀ ਹੁੰਦੀ ਹੈ, ਉਦੋਂ ਅਲਖ ਜਗਾਉਂਦੇ ਜੋਗੀ। ਕਹਿੰਦਾ ਵੀ ਅਸੀਂ ਜੋਗੀ ਥੋੜ੍ਹਾ ਹੀ ਹਾਂ, ਅਸੀਂ ਤਾਂ ਮਿਹਨਤ ਕਸ਼ ਲੋਕ ਹਾਂ, ਅਸੀਂ ਤਾਂ ਮਿਹਨਤ ਕਰਕੇ ਕਮਾਈ ਕਰਨ ਵਾਲੇ ਲੋਕ ਹਾਂ। ਅਸੀਂ ਦਰ ਦਰ ਤੇ ਜਾ ਕੇ ਅਲਖ ਨਹੀਂ ਜਗਾਉਣੀ, ਮੰਗਤੇ ਨਹੀਂ ਬਣਨਾ। ਅਸੀਂ ਕੋਈ ਭਿਖਾਰੀ ਥੋੜ੍ਹੀ ਹਾਂ, ਅਸੀਂ ਤਾਂ ਆਪਣੇ ਹੱਕ ਲੈਣ ਜਾਣਦੇ ਹਾਂ ਤੇ ਹੱਕ ਆਪਣੇ ਲੈਣੇ ਆ। ਜਿਹੜੇ ਸਾਡੀ ਕਣਕਾਂ ਦੇ ਛਿੱਟੇ ਹੈਗੇ, ਇਹਨਾਂ ਦਾ ਪੂਰਾ ਮੁੱਲ ਪਵੇ। ਇਹ ਵੈਰੀ ਦੇ ਨਾਲ ਲੜ ਕੇ ਇਹ ਚੀਜ਼ ਅਸੀਂ ਪੱਕੇ ਤੌਰ ਤੇ ਨਿਸ਼ਚਿਤ ਕਰ ਲੈਣੀ ਹੈ, ਅਸੀਂ ਆਪਣੇ ਹੱਕ ਲੈ ਲੈਣੇ ਆ। ਕੀ ਹੋਇਆ ਕੁਝ ਤਾਰੇ ਟੁੱਟੇ, ਮਗਦੇ ਹੋਰ ਹਜ਼ਾਰਾਂ। ਕੀ ਹੋ ਗਿਆ ਜੇ? ਕਹਿੰਦਾ ਕਿ ਅਸੀਂ ਸੰਘਰਸ਼ ਕਰ ਰਹੇ ਸੀ ਮੌਜੂਦਾ ਸਰਕਾਰ ਦੇ ਖਿਲਾਫ। ਉਸ ਸੰਘਰਸ਼ ਦੇ ਵਿੱਚ ਸਾਡੇ ਬਹੁਤ ਸਾਰੇ ਸਾਥੀ ਮਾਰੇ ਗਏ ਆ, ਬਹੁਤ ਸਾਰੇ ਤਾਰੇ ਸਾਡੇ ਟੁੱਟ ਗਏ ਆ। ਕੀ ਹੋਇਆ ਕੁਝ ਤਾਰੇ ਟੁੱਟੇ, ਮਗਦੇ ਹੋਰ ਹਜ਼ਾਰਾਂ। ਹੋਰ ਬੜੇ ਤਾਰੇ ਜਗੀ ਜਾਂਦੇ ਆ ਇਸ ਦੁਨੀਆ ਦੇ ਵਿੱਚ, ਇਸ ਸਮਾਜ ਦੇ ਵਿੱਚ ਹੋਰ ਬੜੇ ਸੰਘਰਸ਼ ਕਰਨ ਵਾਲੇ ਲੋਕ ਪਏ ਆ। ਕੀ ਹੋ ਗਿਆ ਜੇ ਕੁਝ ਲੋਕ ਸ਼ਹੀਦ ਵੀ ਹੋ ਗਏ ਸੰਘਰਸ਼ ਕਰਦੇ ਹੋਏ, ਕੁਝ ਤਾਰੇ ਟੁੱਟਣ ਤੋਂ ਬਾਅਦ ਜਿਹੜੇ ਸੰਘਰਸ਼ ਕਰ ਰਹੇ ਲੋਕ ਆ ਆਪਣੇ ਹੱਕਾਂ ਦੀ ਖਾਤਰ, ਉਹਨਾਂ ਦੇ ਵਿੱਚੋਂ ਕੁਝ ਇਸ ਦੁਨੀਆ ਤੋਂ ਚਲੇ ਗਏ ਆ, ਸ਼ਹੀਦ ਹੋ ਗਏ ਆ। ਪਰ ਕੋਈ ਗੱਲ ਨਹੀਂ, ਸਾਨੂੰ ਕੋਈ ਚਿੰਤਾ ਨਹੀਂ, ਕਿਉਂਕਿ ਹੋਰ ਬਥੇਰੇ ਹਜ਼ਾਰਾਂ ਤਾਰੇ ਆ ਜਿਹੜੇ ਇਸ ਸੰਘਰਸ਼ ਦੇ ਵਿੱਚ ਸਾਥ ਦੇਣ ਦੇ ਲਈ ਤਿਆਰ ਬੈਠੇ ਆ। ਔਰ ਜਿੰਨਾ ਚੀਰ ਹਨੇਰੇ ਮਿਲਣਾ ਸੂਰਜ ਨੂੰ ਜਾਂ ਤੜਕੇ, ਪੌਣਪੁਰੇ ਦੀ ਲੈ ਕੇ ਆਈ ਰੋਹ ਦੇ ਨਵੇਂ ਸੁਨੇਹੇ। ਕਹਿੰਦਾ ਵੀ ਸਾਡੇ ਮਨ ਦੇ ਵਿੱਚ ਇੱਕ ਆਸ ਹੈ, ਸਾਡੇ ਮਨ ਦੇ ਵਿੱਚ ਅਸੀਂ ਉਮੀਦ ਹੈ ਕਿ ਅਸੀਂ ਲੜਾਈ ਲੜ ਕੇ ਆਪਣੇ ਹੱਕ ਜ਼ਰੂਰ ਲੈ ਲਾਂਗੇ। ਜਿਨ੍ਹਾਂ ਲੋਕਾਂ ਨੇ ਹਨੇਰੇ ਚੀਰ ਕੇ ਸੂਰਜ ਨੂੰ ਜਾ ਕੇ ਸੁਬਾਹ ਮਿਲ ਜਾਣਾ ਹੁੰਦਾ ਹੈ, ਜਿਨ੍ਹਾਂ ਨੇ ਹਨੇਰੇ ਦੀ ਪਰਤਾਂ ਨੂੰ ਪਾੜ ਦੇਣਾ ਹੁੰਦਾ ਆਪਣੇ ਸੰਘਰਸ਼ ਦੇ ਨਾਲ, ਆਪਣੀ ਹਿੰਮਤ ਦੇ ਨਾਲ, ਅਸੀਂ ਉਹ ਲੋਕ ਹਾਂ ਤੇ ਅਸੀਂ ਜ਼ਰੂਰ ਆਪਣੇ ਹੱਕ ਲੈਣ ਦੀ ਖਾਤਰ ਅੱਗੇ ਵਧਾਂਗੇ। ਤੇ ਇੱਕ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਆਊਗੀ ਸੂਰਜ ਦੀ ਤਰ੍ਹਾਂ, ਅਸੀਂ ਉਸ ਰੌਸ਼ਨੀ ਦੇ ਵਿੱਚ ਜਾ ਕੇ ਖੁਸ਼ ਹੋਵਾਂਗੇ, ਉਸ ਨੂੰ ਜੀ ਆਇਆਂ ਕਹਾਂਗੇ। ਪੌਣਪੁਰੇ ਦੀ ਲੈ ਕੇ ਆਈ ਰੋਹ ਦੇ ਨਵੇਂ ਸੁਨੇਹੇ। ਤੇ ਜਿਹੜੀ ਪੂਰਬ ਵੱਲੋਂ ਇੱਕ ਪੌਣ ਆਈ ਹੈ, ਇੱਕ ਹਵਾ ਆਈ ਹੈ, ਉਹਦੇ ਵਿੱਚ ਕੁਝ ਨਵੇਂ ਸੁਨੇਹੇ ਸਾਨੂੰ ਮਿਲ ਰਹੇ ਹੈ। ਸਾਨੂੰ ਉਮੀਦ ਹੈ ਕਿ ਸਾਡੇ ਜਿਹੜੇ ਹੱਕ ਹੈ ਅਸੀਂ ਸੰਘਰਸ਼ ਕਰਕੇ ਜ਼ਰੂਰ ਲੈ ਲਵਾਂਗੇ। ਸਾਹਮਣਾ ਹੋਣੇ ਕੱਖਾਂ ਤੋਂ ਜੋ ਛੋਲੇ ਅੱਜ ਨੇ ਭਟਕੇ। ਤੇ ਜਿਹੜੇ ਜ਼ਿੰਦਗੀ ਦੇ ਵਿੱਚ ਜਾਂ ਲੋਕਾਂ ਦੀ ਸੰਘਰਸ਼ ਦੇ ਵਿੱਚ ਅੱਜ ਭਾਂਬੜ ਮੱਚੇ ਹੋਏ ਆ, ਛੋਲੇ ਚੰਗਿਆੜੀਆਂ ਮੱਚੀਆਂ ਹੋਈਆਂ, ਜਾਂ ਜਿਹੜੇ ਇੱਕ ਜਲਵੇ ਪੈਦਾ ਹੋਏ ਆ, ਇਹਨਾਂ ਨੂੰ ਸਾਹਮਣਾ ਸਰਕਾਰਾਂ ਲਈ ਔਖਾ ਹੋ ਜਾਊਗਾ। ਕਿਉਂਕਿ ਇਹ ਛੋਲੇ ਕੋਈ ਇੱਕ ਦਿਨ ਨਹੀਂ ਬਲਦੇ। ਬਹੁਤ ਜਦੋਂ ਤੁਸੀਂ ਲੋਕਾਂ ਨੂੰ ਵਾਰ-ਵਾਰ ਤੰਗ ਕਰਦੇ ਹੋ ਤਾਂ ਜ਼ਰੂਰ ਇੱਕ ਦਿਨ ਉਹ ਲੋਕ ਇਕੱਠੇ ਹੋ ਕੇ ਤੁਹਾਡੇ ਖਿਲਾਫ ਡਟ ਜਾਣਗੇ ਤੇ ਆਪਣੇ ਹੱਕ ਪ੍ਰਾਪਤ ਕਰਨ ਤੱਕ ਲਗਾਤਾਰ ਲੜਦੇ ਰਹਿਣਗੇ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਹੱਕ ਤੇ ਇਨਸਾਫ ਦੀ ਲੜਾਈ ਦੇ ਬਾਰੇ ਕਵੀ ਗੱਲ ਕਰਦਾ ਹੈ ਕਿ ਹੱਕ ਤੇ ਇਨਸਾਫ ਦੀ ਲੜਾਈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਉਹ ਲੜਾਈ ਲਗਾਤਾਰ ਜਾਰੀ ਹੈ, ਉਹ ਲੜਾਈ ਨੂੰ ਅਸੀਂ ਲਗਾਤਾਰ ਲੜਦੇ ਰਹਿਣਾ ਹੈ। ਔਰ ਇਸ ਲੜਾਈ ਦੇ ਵਿੱਚ ਜਿੱਤ ਇੱਕ ਦਿਨ ਲੋਕਾਂ ਦੀ ਹੋਊਗੀ, ਆਮ ਲੋਕਾਂ ਦੀ ਹੋਊਗੀ। ਔਰ ਹੱਕ ਤੇ ਇਨਸਾਫ ਦੀ ਲੜਾਈ ਜਿਹੜੀ ਸ਼ੁਰੂ ਹੋਈ ਹੈ ਉਸ ਵਿੱਚ ਸਾਨੂੰ ਹਿੱਸਾ ਲੈਣਾ ਚਾਹੀਦਾ ਹੈ। ਅਸੀਂ ਕੋਈ ਭਿਖਾਰੀ ਥੋੜ੍ਹੇ ਹਾਂ, ਸਾਡੀ ਕੌਮ ਪੰਜਾਬੀਆਂ ਦੀ ਕੋਈ ਭਿਖਾਰੀ ਕੌਮ ਨਹੀਂ। ਅਸੀਂ ਆਪਣੀ ਜ਼ਿੰਦਗੀ ਨੂੰ
ਹੱਕ ਤੇ ਸੰਘਰਸ਼ ਦੇ ਨਾਲ ਜਿਉਣਾ ਸਿੱਖੇ ਹੋਏ ਹਾਂ। ਸਦੀਆਂ ਤੋਂ ਅਸੀਂ ਆਪਣਾ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ। ਅਸੀਂ ਤਾਂ ਖੁਦ ਕਮਾਈ ਕਰਦੇ ਹਾਂ, ਉਸ ਕਮਾਈ ਦੇ ਨਾਲ ਪਲਦੇ ਹਾਂ ਔਰ ਉਸ ਕਮਾਈ ਦੇ ਨਾਲ ਜ਼ਿੰਦਗੀ ਦਾ ਨਿਰਵਾਹ ਕਰਦੇ ਹਾਂ। ਅਸੀਂ ਆਪਣੇ ਹੱਕ ਵੀ ਲੈਣ ਜਾਣਦੇ ਹਾਂ। ਅਸੀਂ ਹੱਕ ਆਪਣੇ ਬੈਰੀਆਂ ਦੇ ਨਾਲ ਲੜ ਕੇ ਖੋਹਾਂਗੇ, ਲੜ ਕੇ ਲਵਾਂਗੇ। ਬੇਸ਼ੱਕ ਇਸ ਵਿੱਚ ਸਾਡੇ ਕੁਝ ਸਾਥੀ ਬਚੇ ਨਹੀਂ, ਉਹ ਸ਼ਹੀਦ ਹੋ ਗਏ ਹੈ, ਪਰ ਹਜ਼ਾਰਾਂ ਸਾਥੀ ਜਿਹੜੇ ਸਾਡੇ ਹਜੇ ਜਿਉਂਦੇ ਹੈ। ਇਸ ਘੋਲ ਨੂੰ ਅਸੀਂ ਜਾਰੀ ਰੱਖਾਂਗੇ ਔਰ ਇੱਕ ਦਿਨ ਅਸੀਂ ਜ਼ਰੂਰ ਜਿੱਤਾਂਗੇ, ਇਹ ਪੱਕੀ ਉਮੀਦ ਹੈ, ਕਵੀ ਕਹਿੰਦਾ। ਦੂਸਰੀ ਜਿਹੜੀ ਉਹਨਾਂ ਦੀ ਨਜ਼ਮ ਹੈਗੀ ਆ, ਦੂਸਰੀ ਜਿਹੜੀ ਗਜ਼ਲ ਹੈਗੀ ਆ, ਕਦੇ ਇਹ ਜਿੰਦੜੀ, ਇਹਦੇ ਬਾਰੇ ਹੁਣ ਅੱਗੇ ਆਪਾਂ ਗੱਲ ਕਰਨ ਲੱਗੇ ਹਾਂ। ਕਦੇ ਇਹ ਜਿੰਦੜੀ ਪਰਬਤ ਹੁੰਦੀ, ਕਦੇ ਬਣੇ ਜਲ ਧਾਰਾ, ਸ਼ਿਖਰ ਦੁਪਹਿਰੇ ਕਦੇ ਤਾਂ ਬਣ ਬਣ ਫਿਰੇ, ਭਟਕਦੀ ਦਿਸੇ ਨਾ ਕੋਈ ਕਿਨਾਰਾ। ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਹੈ। ਜ਼ਿੰਦਗੀ ਦੇ ਵਿੱਚ ਕਦੇ ਖੁਸ਼ੀ ਆਉਂਦੀ ਹੈ, ਕਦੇ ਗਮੀ ਆਉਂਦੀ ਹੈ। ਵੱਖ ਵੱਖ ਤਰ੍ਹਾਂ ਦੇ ਰੰਗ ਹੈ ਜ਼ਿੰਦਗੀ ਦੇ। ਕਦੇ ਇਹ ਜ਼ਿੰਦਗੀ ਜਿਹੜੀ ਪਰਬਤ ਵਰਗੀ ਹੁੰਦੀ ਹੈ। ਕਦੇ ਇਹ ਜ਼ਿੰਦੜੀ ਪਰਬਤ ਹੁੰਦੀ, ਕਦੇ ਬਣੇ ਜਲ ਧਾਰਾ। ਕਦੇ ਇਹ ਜਲ ਧਾਰਾ ਬਣ ਜਾਂਦੀ ਹੈ। ਜ਼ਿੰਦਗੀ ਦੇ ਇਹ ਰੰਗ ਹੈ ਵੱਖਰੇ ਵੱਖਰੇ। ਕਦੇ ਪਰਬਤ ਹੋ ਜਾਂਦੀ ਹੈ ਜ਼ਿੰਦਗੀ, ਕਦੇ ਜਲ ਧਾਰਾ ਬਣ ਜਾਂਦੀ ਹੈ। ਕਦੇ ਤਾਂ ਬਣ ਬਣ ਫਿਰੇ, ਭਟਕਦੀ ਦਿਸੇ ਨਾ ਕੋਈ ਕਿਨਾਰਾ। ਤੇ ਕਦੇ ਇਹ ਜ਼ਿੰਦਗੀ ਇਕੱਲੀ ਹੀ ਭਟਕਦੀ ਰਹਿੰਦੀ ਹੈ, ਤੇ ਇਹਨੂੰ ਕੋਈ ਕਿਨਾਰਾ ਨਹੀਂ ਲੱਭਦਾ, ਇਹਨੂੰ ਕੋਈ ਸਿਰਾ ਨਹੀਂ ਲੱਭਦਾ। ਜ਼ਿੰਦਗੀ ਇਕੱਲੀ ਹੀ ਭਟਕ ਰਹੀ ਹੁੰਦੀ ਹੈ। ਸ਼ਿਖਰ ਦੁਪਹਿਰੇ ਕੱਲੇ ਰੁੱਖ ਤੇ ਇੱਕ ਪੰਛੀ ਕੁਰਲਾਵੇ, ਆਪੇ ਦਰਦ ਕਹਾਣੀ ਆਖੇ, ਆਪੇ ਭਰੇ ਹੁੰਗਾਰਾ। ਤੇ ਕਈ ਵਾਰੀ ਮਨੁੱਖ ਜ਼ਿੰਦਗੀ ਦੇ ਵਿੱਚ ਇਕੱਲਾ ਰਹਿ ਜਾਂਦਾ ਹੈ। ਜਿਵੇਂ ਜ਼ਿੰਦਗੀ ਦਾ ਸਿਖਰ ਦੁਪਹਿਰ ਹੁੰਦੀ ਹੈ, ਪੂਰੀ ਜ਼ਿੰਦਗੀ ਦਾ ਜਿਹੜਾ ਰੰਗ ਹੈਗਾ ਉਹ ਸਿਖਰ ਦੁਪਹਿਰ ਦੀ ਤਰ੍ਹਾਂ ਹੁੰਦਾ ਹੈ। ਪੂਰੀ ਜਵਾਨੀ ਦੇ ਵਿੱਚ ਇੱਕ ਰੁੱਖ ਦੇ ਉੱਪਰ ਜਿਵੇਂ ਇੱਕ ਪੰਛੀ ਕਰਲਾ ਰਿਹਾ ਹੁੰਦਾ, ਜ਼ਿੰਦਗੀ ਤਾਂ ਕਰਲਾ ਰਹੀ ਹੁੰਦੀ ਹੈ, ਬੰਦਾ ਇਹ ਤਾਂ ਭਟਕ ਰਿਹਾ ਹੁੰਦਾ ਹੈ। ਤੇ ਆਪੇ ਉਹ ਦਰਦ ਕਹਾਣੀ ਕਹੀ ਜਾਂਦਾ, ਤੇ ਆਪੇ ਉਹ ਹੰਗਾਰਾ ਭਰਦਾ, ਆਪੇ ਉਹਨੂੰ ਸੁਣਦਾ ਹੈ। ਕਈ ਵਾਰੀ ਜ਼ਿੰਦਗੀ ਇੰਨੀ ਕੁ ਤੁਹਾਡੇ ਲਈ ਨਮੋਸ਼ੀ ਵਾਲੀ ਹੋ ਜਾਂਦੀ ਹੈ, ਜਾਂ ਦੁੱਖ ਭਰੀ ਹੁੰਦੀ ਹੈ, ਜਾਂ ਵਿਛੋੜੇ ਵਾਲੀ ਜ਼ਿੰਦਗੀ ਹੁੰਦੀ ਹੈ। ਤੇ ਇਹ ਇਸ ਤਰ੍ਹਾਂ ਦਾ ਵੀ ਕਈ ਵਾਰੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਮਾਂ ਆ ਜਾਂਦਾ ਹੈ। ਇਸ ਦੁੱਖ ਵਾਲਾ ਪ੍ਰਭਾਵ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਉਸ ਢੰਗ ਦੇ ਨਾਲ ਨਹੀਂ ਸਥਾਪਿਤ ਹੋਣ ਦੇਣਾ ਚਾਹੀਦਾ ਕਿ ਤੁਹਾਡੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਰਹੇ। ਸੰਘਰਸ਼ ਕਰਕੇ ਇਹਦੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਵੀ ਕਿਤੇ ਨਾ ਕਿਤੇ ਇਹ ਵੀ ਸੁਨੇਹਾ ਦੇ ਰਿਹਾ। ਨਾ ਧਰਤੀ ਹਰਿਆਵਲ ਉੱਗੀ, ਨਾ ਅੰਬਰ ਲਿਸ਼ਕੋਰਾਂ, ਮੇਰੀ ਅੱਖੋਂ ਹੰਝੂ ਕਿਰਿਆ, ਤੇਰੀ ਅੱਖੋਂ ਤਾਰਾ। ਕਹਿੰਦਾ ਵੀ ਨਾ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਖੁਸ਼ੀ ਆਈ ਹੈ, ਧਰਤੀ ਦੇ ਉੱਪਰ ਹਰਾਵਲ ਆਈ ਹੈ, ਮੇਰੀ ਜ਼ਿੰਦਗੀ ਵਿੱਚ ਕੋਈ ਹਰਾਵਲ ਆਈ ਹੈ, ਤੇ ਨਾ ਹੀ ਮੈਨੂੰ ਕਿ ਅੰਬਰ ਤੋਂ ਕੋਈ ਲਿਸ਼ਕੋਰਾਂ ਲੱਭੀਆਂ, ਕੋਈ ਚਾਨਣ ਲੱਭਿਆ, ਕੋਈ ਪੋਜ਼ਿਟਿਵ ਚੀਜ਼ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਆਈ। ਮੇਰੀ ਅੱਖੋਂ ਹੰਝੂ ਕਰਿਆ, ਤੇਰੀ ਅੱਖੋਂ ਤਾਰਾ। ਮੇਰੀਆਂ ਅੱਖਾਂ ਦੇ ਵਿੱਚ ਤਾਂ ਹਮੇਸ਼ਾ ਹੰਝੂਆਂ ਨੇ ਹੀ ਝੜੀ ਲਾਈ ਹੈ, ਉਲਟਾ ਤੇਰੀ ਜਿਹੜੀ ਅੱਖ ਦੇ ਵਿੱਚ ਹਮੇਸ਼ਾ ਹੀ ਉਹ ਤਾਰੇ ਨੇ ਜਨਮ ਲੈਤਾ, ਤਾਰੇ ਕਿਰਿਆ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦਾ ਮੇਰੀ ਜ਼ਿੰਦਗੀ ਤਾਂ ਇੱਕ ਤਰ੍ਹਾਂ ਦੇ ਨਾਲ ਵਿਰਾਨਗੀ ਛਾਈ ਰਹੀ ਹੈ, ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ੀ ਹੈ, ਇਹਦੇ ਲਈ ਹੀ ਮੈਂ ਬਹੁਤ ਖੁਸ਼ ਹਾਂ। ਚਲੋ ਘੱਟੋ ਘੱਟ ਤੇਰੀ ਜ਼ਿੰਦਗੀ ਤਾਂ ਖੁਸ਼ ਹੈ। ਗੁਲਮੋਹਰਾਂ ਦੀ ਜੋਬਨ ਉੱਤੇ ਜਦੋਂ ਤੁਰੇ ਸਾਂ ਇਕੱਠੇ, ਉਹ ਪਲ ਹੱਥੋਂ ਤਿਲਕ ਗਏ ਨੇ ਜਿਵੇਂ ਤਲੀ ਤੋਂ ਪਾਰਾ। ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਅਸੀਂ ਇਕੱਠੇ ਤੁਰਦੇ ਹਾਂ। ਮੈਂ ਵੀ ਕਹਿੰਦਾ ਇਸ ਤਰ੍ਹਾਂ ਤੁਰਿਆ ਸੀਗਾ ਆਪਣੇ ਸਾਥੀ ਦੇ ਨਾਲ, ਜਿਵੇਂ ਗੁਲਮੋਹਰਾਂ ਦੀ ਜੋਬਨ ਰੁੱਤ ਦੇ ਉੱਪਰ ਜਿਵੇਂ ਉਹਨੂੰ ਫੁੱਲ ਖਿੜਦੇ ਹੈ, ਉਸ ਤਰ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਖੁਸ਼ੀ ਸੀ। ਅਸੀਂ ਇਕੱਠੇ ਜ਼ਿੰਦਗੀ ਦੇ ਪਥ ਦੇ ਉੱਪਰ ਤੁਰ ਪਏ ਸੀ, ਪਰ ਉਹ ਪਲ ਹੱਥੋਂ ਤਿਲਕ ਗਏ ਨੇ ਜਿਵੇਂ ਤਲੀ ਤੋਂ ਪਾਰਾ। ਉਹ ਹੌਲੀ ਹੌਲੀ ਜਿਹੜੇ ਉਹ ਪਲ ਗਿਆ, ਸਾਡੇ ਜਿਵੇਂ ਵਿਛੋੜਾ ਪੈ ਗਿਆ, ਉਹ ਪਲ ਸਾਡੇ ਹੱਥਾਂ ਦੇ ਵਿੱਚ ਤਿਲਕ ਗਏ, ਦੂਰ ਚਲੇ ਗਏ, ਜਿਵੇਂ ਤਲੀ ਦੇ ਉੱਪਰ ਪਾਰਾ ਨਹੀਂ ਟਿਕਦਾ, ਉਸੇ ਤਰ੍ਹਾਂ ਨਾਲ ਉਹ ਖੁਸ਼ੀ ਦੇ ਪਲ ਵੀ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਰਹੇ। ਤੇਰੀ ਤੇ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ। ਬੜਾ ਹੀ ਇੰਪੋਰਟੈਂਟ ਪੈਰਾ ਇਹ। ਤੇਰੀ ਤੇ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ। ਕਹਿੰਦਾ ਵੀ ਜਿਹੜੀ ਤੇਰੀ ਸੀਮਾ ਸੀਗੀ, ਤੇਰੀ ਮੁਹੱਬਤ ਦੀ ਇੱਕ ਲਾਈਨ ਸੀਗੀ, ਉਹ ਤਾਂ ਬੜੀ ਛੋਟੀ ਜਿਹੀ ਸੀਗੀ, ਮੈਂ ਸਮਝ ਨਹੀਂ ਪਾਇਆ ਉਸ ਸਮੇਂ। ਤੇਰੀ ਜਿਹੜੀ ਤੇ ਹੈਗੀ ਉਹ ਤਾਂ ਸਿਰਫ ਇੱਕ ਦੋ ਬੂੰਦਾਂ ਪਾਣੀ ਦੇ ਨਾਲ ਹੀ ਸਮਾਪਤ ਹੋ ਜਾਣੀ ਸੀਗੀ। ਤੇਰੀ ਜ਼ਿੰਦਗੀ ਦੇ ਵਿੱਚ ਤਾਂ ਪਿਆਰ ਤੇ ਸਿਰਫ ਇੰਨਾ ਕੁ ਟਾਈਮ ਹੀ ਸੀਗਾ। ਬਸ ਐਵੇਂ ਹੀ ਪਿਘਲ ਗਿਆ ਸਾਂ ਮੈਂ ਸਾਰੇ ਦਾ ਸਾਰਾ। ਮੈਂ ਹੀ ਇੰਨਾ ਵੱਡਾ ਵਿਸ਼ਵਾਸ ਕਰ ਗਿਆ ਸੀ, ਮੈਂ ਜ਼ਿੰਦਗੀ ਨੂੰ ਇੰਨਾ ਨੇੜੇ ਤੋਂ ਦੇਖ ਲਿਆ ਸੀ ਕਿ ਮੈਂ ਆਪਣੇ ਆਪ ਨੂੰ ਸਮਝ ਨਾ ਪਾਇਆ, ਮੈਂ ਆਪਣੇ ਆਪ ਨੂੰ ਸਥਾਪਿਤ ਨਾ ਕਰ ਪਾਇਆ ਕਿ ਕਿਸ ਢੰਗ ਦੇ ਨਾਲ
ਮੈਂ ਇਸ ਚੀਜ਼ ਨੂੰ ਲੈਣਾ ਸੀਗਾ ਜਾਂ ਇਸ ਚੀਜ਼ ਨੂੰ ਸਮਝਣਾ ਸੀਗਾ, ਕਿਉਂਕਿ ਤੇਰੀ ਜਿਹੜੀ ਜ਼ਿੰਦਗੀ ਦੇ ਵਿੱਚ ਤੂੰ ਜਿਹੜਾ ਪਿਆਰ ਕਰ ਰਹੀ ਸੀਗੀ ਉਹਦੀ ਸੀਮਾ, ਉਹਦੀ ਪਰਿਭਾਸ਼ਾ ਕੁਛ ਹੋਰ ਸੀਗੀ। ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਮੈਂ ਪਿਆਰ ਤੈਨੂੰ ਕਹਿ ਰਿਹਾ ਸੀ ਉਹਦੀ ਸੀਮਾ ਤੇ ਪਰਿਭਾਸ਼ਾ ਕੁਛ ਹੋਰ ਸੀਗੀ। ਹਾੜ ਸਿਆਲ ਸੌਣ ਵੀ ਲੰਘੇ, ਪਤਝੜ ਅਤੇ ਬਹਾਰ। ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਰੁੱਤਾਂ ਹੈ। ਕਦੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਕਦੇ ਬਹੁਤ ਸਰਦੀ ਹੁੰਦੀ ਹੈ, ਕਦੇ ਸਾਵਣ ਮਹੀਨਾ ਹੁੰਦਾ ਹੈ, ਕਦੇ ਪਤਝੜ ਹੁੰਦੀ ਹੈ। ਇਹ ਸਾਰੀਆਂ ਰੁੱਤਾਂ ਕਹਿੰਦਾ ਜ਼ਿੰਦਗੀ ਦੀਆਂ ਮੇਰੀਆਂ ਲੰਘ ਚੁੱਕੀਆਂ, ਕਦੇ ਹਾੜ, ਕਦੇ ਸਿਆਲ, ਸੌਣ ਤੇ ਇਹ ਸਾਰੀਆਂ ਬਹਾਰਾਂ, ਕਦੇ ਬਹਾਰ ਦੀ ਰੁੱਤ ਵੀ ਹੁੰਦੀ ਹੈ, ਸਾਰੀਆਂ ਰੁੱਤਾਂ ਲੰਘ ਗਈਆਂ। ਕਿਹੜੇ ਮੌਸਮ ਨੂੰ ਮੁੜ ਆਉਣਾ ਇੰਨਾ ਤਾਂ ਦੱਸ ਯਾਰਾ, ਕਿਹੜੇ ਮੌਸਮ ਤੂੰ ਮੁੜ ਆਉਣਾ ਇੰਨਾ ਤਾਂ ਦੱਸ ਯਾਰਾ। ਕਹਿੰਦੇ ਵੀ ਕਿਸ ਮੌਸਮ ਦੇ ਵਿੱਚ ਤੂੰ ਵਾਪਸ ਆ ਜਾਏਗਾ, ਇਹ ਤਾਂ ਮੈਨੂੰ ਘੱਟੋ ਘੱਟ ਦੱਸ ਜਾਣਾ ਸੀ ਇੱਕ ਵਾਰੀ, ਕਿਉਂਕਿ ਸਾਰੀਆਂ ਰੁੱਤਾਂ ਸਾਡੇ ਦੇਸ਼ ਦੇ ਵਿੱਚ ਆਉਂਦੀਆਂ, ਪੰਜਾਬ ਦੇ ਵਿੱਚ ਆਉਂਦੀਆਂ। 6 ਰੁੱਤਾਂ ਦੀ ਗੱਲ ਕਰਦੇ ਆ, 2-2 ਮਹੀਨੇ ਦੀ ਹਰ ਇੱਕ ਰੁੱਤ। ਕਦੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ, ਫਿਰ ਕਦੇ ਬਹਾਰ ਦੀ ਰੁੱਤ ਆ ਜਾਂਦੀ ਹੈ, ਨਾ ਬਹੁਤੀ ਗਰਮੀ ਨਾ ਬਹੁਤੀ ਸਰਦੀ। ਫਿਰ ਇੱਕ ਅਗਲੀ ਰੁੱਤ ਆ ਜਾਂਦੀ ਹੈਗੀ ਜਿਹਦੇ 'ਚ ਬਹੁਤ ਜ਼ਬਰਦਸਤ ਗਰਮੀ ਪੈਂਦੀ ਹੈ, ਫਿਰ ਵਰਖਾ ਦੀ ਰੁੱਤ ਆ ਜਾਂਦੀ ਹੈ, ਫਿਰ ਉਦੋਂ ਬਾਅਦ ਪਤਝੜ ਦੀ ਰੁੱਤ ਆ ਜਾਂਦੀ ਹੈ, ਫਿਰ ਸਰਦੀ ਆ ਜਾਂਦੀ ਹੈ। ਇੱਦਾਂ ਰੁੱਤਾਂ ਵੱਖ-ਵੱਖ ਲੰਘਦੀਆਂ ਜਾਂਦੀਆਂ। ਮੈਨੂੰ ਨਹੀਂ ਪਤਾ ਸੀ ਤੂੰ ਕਦੋਂ ਵਾਪਸ ਆਉਣਾ ਹੈ, ਕੋਈ ਵਾਅਦਾ ਕੀਤਾ ਸੀ ਮੇਰੇ ਨਾਲ, ਇੱਕ ਵਾਰੀ ਦੱਸਦਾ ਜਾਣਾ ਸੀ ਕਿਹੜੇ ਮੌਸਮ ਦੇ ਵਿੱਚ ਤੂੰ ਮੇਰੇ ਨਾਲ ਵਾਪਸ ਆਏਗਾ, ਮਿਲੇਗਾ। ਚੱਲ ਮਨਾ ਇੱਥੋਂ ਵੀ ਚੱਲੀਏ, ਧਰਤੀ ਨਵੀਂ ਕੋ ਗਾਈਏ, ਜਾਪੇ ਇਹ ਵੀ ਤੰਗ ਚੁਗਿਰਦਾ, ਰਾਸ ਨਾ ਆਇਆ ਸਾਰਾ। ਕਹਿੰਦਾ ਵੀ ਚੱਲ ਹੁਣ ਜ਼ਿੰਦਗੀ ਦੇ ਦਿਨ ਇੱਥੇ ਪੂਰੇ ਹੋ ਗਏ ਐ, ਇਸ ਜਗ੍ਹਾ ਨੂੰ ਛੱਡ ਦਈਏ। ਚੱਲ ਮਨਾ ਇੱਥੋਂ ਵੀ ਚੱਲੀਏ, ਧਰਤੀ ਨਵੀਂ ਕੋ ਗਾਈਏ, ਇਸ ਜਗ੍ਹਾ ਨੂੰ ਛੱਡ ਕੇ ਕੋਈ ਨਵੀਂ ਧਰਤੀ ਲੱਭੀਏ, ਉਸ ਧਰਤੀ ਦੇ ਉੱਪਰ ਜਾਈਏ। ਜਾਪੇ ਇਹ ਵੀ ਤੰਗ ਚੁਗਿਰਦਾ, ਰਾਸ ਨਾ ਆਇਆ ਸਾਰਾ। ਕਹਿੰਦਾ ਮੇਰੀ ਜ਼ਿੰਦਗੀ ਨੂੰ ਤਾਂ ਕੋਈ ਚੀਜ਼ ਰਾਸ ਹੀ ਨਹੀਂ ਆਈ, ਤੇ ਇਹ ਏਰੀਆ ਵੀ, ਇਹ ਕਲਤਾ ਵੀ ਮੇਰੇ ਲਈ ਬਹੁਤ ਗਹਿਰੀ ਹੋ ਗਈ ਹੈ, ਹੁਣ ਇੱਥੋਂ ਮੈਨੂੰ ਜਾਣਾ ਬਣਦਾ। ਇਸ ਕਵਿਤਾ ਦੇ ਵਿੱਚ ਕਵੀ ਦੱਸਦਾ ਕਿ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਹੁੰਦੇ ਆ, ਇਸ ਵਿੱਚ ਇਕੱਲਤਾ ਵੀ ਹੁੰਦੀ ਹੈ, ਆਸਾਂ ਪੂਰੀਆਂ ਨਹੀਂ ਹੁੰਦੀਆਂ, ਇਹ ਵੀ ਹੋ ਸਕਦਾ ਹੈ, ਦੁੱਖ ਦਰਦ ਵੀ ਆਉਂਦੇ ਆ, ਧਰਤੀ ਦਾ ਕਾਫੀਆ ਤੰਗ ਹੋਣ ਤੇ ਪ੍ਰੀਤਮ ਦੇ ਆਉਣ ਦੀ ਆਸ ਆਦਿ ਕਈ ਵੱਖ-ਵੱਖ ਤਰ੍ਹਾਂ ਦੇ ਰੰਗ ਹੁੰਦੇ ਹੈ। ਵਿਛੋੜਾ ਵੀ ਹੈ, ਪਤਝੜ ਵੀ ਹੈ, ਬਹਾਰ ਵੀ ਹੈ, ਇਹ ਜ਼ਿੰਦਗੀ ਦੇ ਰੰਗ ਹੈ। ਤੇ ਇਹਨਾਂ ਰੰਗਾਂ ਦੀ ਗੱਲ ਕਵੀ ਆਪਣੀ ਇਸ ਕਵਿਤਾ ਦੇ ਵਿੱਚ, ਇਸ ਨਜ਼ਮ ਦੇ ਵਿੱਚ ਕਰਦਾ। ਸੋ ਵਿਦਿਆਰਥੀਓ, ਤੁਸੀਂ ਕੀ ਕਰਨਾ ਹੈ, ਕਵੀ ਦੀ ਪੰਜਾਬੀ ਸਾਹਿਤ ਨੂੰ ਦੇਣ ਕੀ ਹੈ, ਕਿਹੜੇ-ਕਿਹੜੇ ਕਾਵਿ ਸੰਗ੍ਰਹਿ ਲਿਖੇ ਹੈ, ਹੁਣ ਕਿਸ ਤਰ੍ਹਾਂ ਦੀ ਉਹਦੀ ਵਿਚਾਰਧਾਰਾ ਰਹੀ ਹੈ, ਇਹਨਾਂ ਦੋਨਾਂ ਕਵਿਤਾਵਾਂ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ। ਪਹਿਲੀ ਕਵਿਤਾ ਦੇ ਵਿੱਚ ਇੱਕ ਸੰਦੇਸ਼ ਹੈ ਕਿ ਸਾਨੂੰ ਆਪਣੇ ਹੱਕਾਂ ਦੇ ਲਈ ਹਮੇਸ਼ਾ ਲੜਾਈ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ, ਸੰਘਰਸ਼ ਕਰਨਾ ਚਾਹੀਦਾ ਹੈ। ਇਹ ਸੰਘਰਸ਼ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਵੀ ਹੋ ਸਕਦਾ, ਸਮੇਂ ਦੇ ਨਿਜ਼ਾਮ ਦੇ ਖਿਲਾਫ ਵੀ, ਸਥਾਪਤੀ ਦੇ ਖਿਲਾਫ ਵੀ ਹੋ ਸਕਦਾ ਹੈ। ਜਿਹੜੀ ਸਥਾਪਤੀ ਹੈ ਤੁਹਾਡੇ ਹੱਕਾਂ ਦੇ ਉੱਪਰ ਕਿਤੇ ਨਾ ਕਿਤੇ ਕਿਸੇ ਢੰਗ ਦੇ ਨਾਲ ਉਹ ਕੰਟਰੋਲ ਕਰ ਲੈਂਦੀ ਹੈ। ਉਹਨਾਂ ਹੱਕਾਂ ਨੂੰ ਵਾਪਸ ਲੈਣ ਦੀ ਖਾਤਰ ਲੋਕਾਂ ਨੂੰ ਇੱਕ ਲਹਿਰ ਖੜੀ ਕਰਨੀ ਪੈਂਦੀ ਹੈ, ਔਰ ਲਹਿਰ ਦੇ ਵਿੱਚ ਇੱਕ ਸੰਘਰਸ਼ ਜਨਮ ਲੈਂਦਾ ਹੈ। ਉਹ ਸੰਘਰਸ਼ ਹੱਕਾਂ ਦੀ ਪ੍ਰਾਪਤੀ ਤੱਕ ਜਾਰੀ ਰਹਿੰਦਾ ਹੈ। ਇਸ ਤਰ੍ਹਾਂ ਦੇ ਨਾਲ ਉਹਨੇ ਪਹਿਲੀ ਨਜ਼ਮ ਨੂੰ ਉਹਦੇ ਵਿੱਚ ਇੱਕ ਸੰਦੇਸ਼ ਦਿੱਤਾ ਹੈ ਕਿ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਮੰਗਣਾ ਕਦੇ ਵੀ ਨਹੀਂ ਹੈਗਾ, ਅਸੀਂ ਤਾਂ ਜੋ ਵੀ ਲੈਤਾ ਹੈਗਾ ਸੰਘਰਸ਼ ਕਰਕੇ ਲੈਤਾ ਹੈ। ਬੇਸ਼ੱਕ ਦੇਸ਼ ਦੀ ਆਜ਼ਾਦੀ ਸੀਗੀ ਜਾਂ ਉਦੋਂ ਪਹਿਲਾਂ ਜਿਹੜੇ ਵੀ ਸਾਡੇ ਤੇ ਹਮਲਾ ਕਰਦੇ ਸੀ, ਸਾਰਿਆਂ ਨਾਲ ਅਸੀਂ ਤਾਂ ਸਿੱਧੇ ਮੂੰਹ ਉਹਨਾਂ ਦਾ ਮੁਕਾਬਲਾ ਕੀਤਾ ਹੈ, ਔਰ ਲੜੇ ਹਾਂ, ਲੜ ਕੇ ਜਿੱਤੇ ਹਾਂ, ਔਰ ਜਿੱਤ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖੁਦ ਨਿਰਧਾਰਿਤ ਕੀਤਾ। ਅਸੀਂ ਉਸ ਤਰ੍ਹਾਂ ਦੀ ਕੌਮ ਆ। ਸੋ ਇਸ ਕਰਕੇ ਕਵੀ ਕਹਿੰਦਾ ਕਿ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਚਾਹੀਦਾ, ਮੰਗਣਾ ਨਹੀਂ ਚਾਹੀਦਾ। ਜਿਹੜੇ ਤੁਹਾਡੇ ਹੱਕ ਆ ਉਹਨਾਂ ਲਈ ਸੰਘਰਸ਼ ਕਰਨਾ ਚਾਹੀਦਾ। ਸੰਘਰਸ਼ ਕਰਕੇ ਬੇਸ਼ੱਕ ਤੁਹਾਡੀ ਜਾਨ ਵੀ ਚਲੀ ਜਾਂਦੀ ਹੈ, ਤੇ ਕਵੀ ਕਹਿੰਦਾ ਕੋਈ ਗੱਲ ਨਹੀਂ, ਸਮਾਜ ਤੁਹਾਨੂੰ ਜ਼ਰੂਰ ਯਾਦ ਕਰੂਗਾ। ਦੂਸਰੀ ਕਵਿਤਾ ਦੇ ਵਿੱਚ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਗੱਲ ਕੀਤੀ ਹੈ। ਸੋ ਵਿਦਿਆਰਥੀਓ, ਇਹਨਾਂ ਦੋਨਾਂ ਕਵਿਤਾਵਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਿਓ। ਇਹਨਾਂ ਦੇ ਸਰਲ ਅਰਥ ਤੁਹਾਨੂੰ ਦੱਸੇ ਅਸੀਂ, ਤੇ ਇਹਨਾਂ ਦੇ ਸਾਰ, ਇਹਨਾਂ ਦੇ ਕੇਂਦਰੀ ਭਾਵ, ਇਹਨਾਂ ਦੇ ਛੋਟੇ ਕੁਐਸਚਨਾਂ ਦੇ ਆਨਸਰ ਤੁਸੀਂ ਕਾਪੀ ਦੇ ਉੱਪਰ ਨੋਟ ਕਰ ਲਿਓ, ਤੇ ਤੁਹਾਡੇ ਪੇਪਰ ਤੋਂ ਪਹਿਲਾਂ, ਤਾਂ ਕਿ ਤੁਹਾਡੀ ਤਿਆਰੀ ਹੋ ਸਕੇ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅਗਲੇ ਜਿਹੜੇ ਕਵੀ ਰਹਿ ਗਏ ਹੈ ਉਹਨਾਂ ਨੂੰ ਕਲੀਅਰ ਕਰਾਂਗੇ, ਨਿਮੇੜ ਦੇਵਾਂਗੇ, ਉਹਨਾਂ ਦੇ ਜੀਵਨ ਵੇਰਵੇ ਦੀ ਗੱਲ ਕਰ ਦਿਆਂਗੇ, ਉਹਨਾਂ ਦੇ ਕਵਿਤਾਵਾਂ ਦੀ ਗੱਲ ਕਰ ਦਿਆਂਗੇ, ਤੇ ਤੁਹਾਡਾ ਇੱਕ ਨਾਵਲ ਹੈਗਾ ਉਹਦੀ ਆਪਾਂ ਜ਼ਿਕਰ ਕਰ ਦਿਆਂਗੇ ਤੁਹਾਡੇ ਗਰੁੱਪ ਦੇ ਵਿੱਚ। ਉਹ ਨਾਵਲ ਲੈ ਲਓਗੇ, ਫਿਰ ਆਪਾਂ ਨਾਵਲ ਦੀ ਗੱਲ ਵੀ ਕਰਾਂਗੇ। ਸੋ ਵਿਦਿਆਰਥੀਓ, ਅੱਜ ਦਾ ਲੈਕਚਰ ਆਪਣਾ ਇੱਥੇ ਖਤਮ ਹੁੰਦਾ ਹੈ। ਅਗਲਾ ਲੈਕਚਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਦੇਵਾਂਗੇ।